You're listening to The Show of Life with Jatinder Gitta. ਬਚਪਨ ਦੇ ਵਿੱਚ ਅਸੀਂ ਸੁਣਿਆ ਕਰਦੇ ਸਾਂ ਦਾਦਾ ਦਾਦੀ ਦੀਆਂ ਕਹਾਣੀਆਂ, ਬਾਤਾਂ ਦੇ ਵਿੱਚ ਨਾਨਾ ਨਾਨੀ ਦੀਆਂ ਕਹਾਣੀਆਂ, ਮਾਤਾ ਪਿਤਾ ਕੋਲੋਂ ਸੁਣੀਆਂ ਕਹਾਣੀਆਂ। ਉਹ ਸਾਨੂੰ ਦੱਸਿਆ ਕਰਦੇ ਸਨ ਕਿ ਧਰਤੀ ਦੇ ਹੇਠਾਂ ਇੱਕ ਬਲਦ ਹੈ। ਬਲਦ ਦੇ ਸਿੰਗਾਂ ਦੇ ਉੱਤੇ ਧਰਤੀ ਟਿਕੀ ਹੋਈ ਹੈ ਤੇ ਜਦੋਂ ਧਰਤੀ ਤੇ ਭੁਚਾਲ ਆਉਂਦਾ ਇਹਦਾ ਮਤਲਬ ਬਲਦ ਆਪਣਾ ਸਿਰ ਹਿਲਾ ਰਿਹਾ, ਸਿੰਗ ਹਿਲਾ ਰਿਹਾ। ਤੇ ਜੇ ਬਲਦ ਨਾ ਹੋਵੇ ਤਾਂ ਧਰਤੀ ਡੁੱਬ ਜਾਏ, ਖਤਮ ਹੋ ਜਾਏ, ਗਰਕ ਹੋ ਜਾਏ। ਪਹਿਲੋਂ ਪਹਿਲ ਯਕੀਨ ਵੀ ਕੀਤਾ ਇਸ ਚੀਜ਼ ਦੇ ਉੱਤੇ ਕਿ ਧਰਤੀ ਹੇਠਾਂ ਵਾਕਈ ਬਲਦ ਹੋਏਗਾ। ਕਿਤੇ ਭੁਚਾਲ ਦੇ ਝਟਕੇ ਮਹਿਸੂਸ ਹੋਏ, ਕਹਿਣਾ ਲੈ ਵੀ ਬਲਦ ਨੇ ਸਿੰਗ ਹਿਲਾਤੇ, ਜਾਂ ਫਿਰ ਬਲਦ ਨੇ ਆਪਣਾ ਸਿੰਗ ਬਦਲਿਆ। ਇੱਕ ਸਿੰਗ ਦੇ ਉੱਤੇ ਪਹਿਲਾਂ ਰੱਖੀ ਹੋਈ ਸੀ ਧਰਤੀ, ਉਹ ਥੱਕ ਗਿਆ ਤੇ ਫਿਰ ਦੂਜੇ ਸਿੰਗ ਉੱਤੇ ਉਹਨੇ ਧਰਤੀ ਸ਼ਿਫਟ ਕਰ ਦਿੱਤੀ ਹੈ। ਇਸ ਕਰਕੇ ਥੋੜੀ ਜਿਹੀ ਹਿਲਜੁਲ ਹੋਈ ਹੈ। ਜਿਵੇਂ ਜਿਵੇਂ ਇਹਨਾਂ ਵੱਡੇ ਹੋਏ ਤਾਂ ਮਹਿਸੂਸ ਹੋਣ ਲੱਗਾ ਕਿ ਇਹ ਤਾਂ ਨਿਰੀਆਂ ਬਾਤਾਂ ਸੀ। ਫਿਰ ਵੱਡੇ ਹੋਏ, ਤੁਹਾਡੇ ਸਾਹਮਣੇ ਇੱਕ ਕਹਾਣੀ ਹੈ, ਕੁਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਕਹਾਣੀ ਧਰਤੀ ਹੇਠਲਾ ਬਲਦ। ਜਦੋਂ ਮੈਂ ਇਹ ਕਹਾਣੀ ਪੜ੍ਹੀ ਤਾਂ ਮੈਨੂੰ ਮਹਿਸੂਸ ਹੋਇਆ ਜਿਹੜੀਆਂ ਉਹ ਬਾਤਾਂ ਸੁਣਾਇਆ ਕਰਦੇ ਸਨ ਉਹਨਾਂ ਦੇ ਵਿੱਚ ਤਰਕ ਸੀ। ਐਵੇਂ ਨਹੀਂ ਸੀ ਗੱਲ ਬਣਾਈ ਹੋਈ। ਧਰਤੀ ਹੇਠਾਂ ਤਾਂ ਬਲਦ ਹੁੰਦਾ ਔਰ ਉਹ ਬਲਦ ਸਾਡੇ ਆਲੇ ਦੁਆਲੇ ਹੀ ਘੁੰਮ ਰਿਹਾ ਹੁੰਦਾ ਤੇ ਉਹ ਵਾਕਈ ਸਾਡੀ ਜ਼ਮੀਨ ਨੂੰ ਸੰਭਾਲ ਰਿਹਾ ਹੁੰਦਾ, ਇਸ ਬੋਝ ਨੂੰ ਆਪਣੇ ਸਿਰ ਦੇ ਉੱਤੇ, ਆਪਣੇ ਸਿੰਗਾਂ ਦੇ ਉੱਤੇ ਸੰਭਾਲ ਕੇ ਬੈਠਾ ਹੁੰਦਾ। ਧਰਤੀ ਹੇਠਾਂ ਬਲਦ ਹੁੰਦਾ। ਇਹ ਕਹਾਣੀ ਪੜ੍ਹ ਕੇ ਮੈਨੂੰ ਪਤਾ ਲੱਗਾ ਤਾਂ ਕਿਉਂ ਨਾ ਜ਼ਿੰਦਗੀ ਦੇ ਇਸ ਸ਼ੋਅ ਦਾ ਆਗਾਜ਼ ਇਸੇ ਹੀ ਕਹਾਣੀ ਦੇ ਨਾਲ ਕਰੀਏ। ਠੱਠੀ ਖਾਰਾ ਪਿੰਡ ਅੰਮ੍ਰਿਤਸਰ ਤੋਂ ਨੇੜੇ ਹੀ ਸੀ, ਐਨ ਪੱਕੀ ਸੜਕ ਤੇ ਜਿਸ ਮੌਜ ਵਿੱਚ ਮਾਨ ਸਿੰਘ ਜਾ ਰਿਹਾ ਸੀ ਉਸ ਵਿੱਚ ਤੇ ਦੂਰ ਦੇ ਪਿੰਡ ਵੀ ਨੇੜੇ ਹੀ ਲੱਗਦੇ ਨੇ। ਇਸ ਲਈ ਭਾਵੇਂ ਸ਼ਾਮ ਹੋ ਰਹੀ ਸੀ ਤੇ ਟਾਂਗੇ ਤੇ ਥੱਕੇ ਹੋਏ ਘੋੜੇ ਦੀ ਟਾਪ ਵੀ ਜ਼ਰਾ ਮੱਠੀ ਹੋ ਗਈ ਸੀ, ਪਰ ਉਹਨੂੰ ਕੋਈ ਚਿੰਤਾ ਨਹੀਂ ਸੀ। ਮਾਨ ਸਿੰਘ ਆਪਣੀ ਮਸਤੀ ਦੇ ਨਾਲ ਜਾ ਰਿਹਾ ਸੀ। ਮਾਨ ਸਿੰਘ ਛੁੱਟੀ ਤੇ ਆਇਆ ਹੋਇਆ ਇੱਕ ਫੌਜੀ ਸੀ। ਠੱਠੀ ਖਾਰਾ ਉਸਦੇ ਯਾਰ ਕਰਮ ਸਿੰਘ ਦਾ ਪਿੰਡ ਸੀ। ਅਸਲ ਵਿੱਚ ਜਿੰਨੀਆਂ ਗੂੜੀਆਂ ਯਾਰੀਆਂ ਫੌਜ ਵਿੱਚ ਲੱਗਦੀਆਂ ਨੇ ਹੋਰ ਕਿਤੇ ਨਹੀਂ ਲੱਗਦੀਆਂ। ਪਹਿਲਾਂ ਤਾਂ ਦੋਵੇਂ ਆਪਣੇ ਰੈਜੀਮੈਂਟਲ ਸੈਂਟਰ ਦੇ ਵਿੱਚ ਇਕੱਠੇ ਰਹੇ ਤੇ ਹੁਣ ਇੱਕ ਬਟਾਲੀਅਨ ਦੇ ਵਿੱਚ ਬਰਮਾ ਫਰੰਟ ਤੇ ਲੜ ਰਹੇ ਸਨ। ਕਰਮ ਸਿੰਘ ਪਹਿਲਾਂ ਦਾ ਭਰਤੀ ਸੀ ਤੇ ਹੁਣ ਹੌਲਦਾਰੀ ਕਰਦਾ ਸੀ, ਪਰ ਮਾਨ ਸਿੰਘ ਅਜੇ ਮਸਾਂ ਨਾਇਕ ਤੱਕ ਹੀ ਅਪੜਿਆ ਸੀ। ਪਰ ਦੋਸਤ ਦੋਵੇਂ ਪੱਕੇ ਸਨ, ਪੱਕੇ ਫੌਜੀ ਦੋਸਤ। ਕਰਮ ਸਿੰਘ ਬਾਰੇ ਖਾਸ ਗੱਲ ਇਹ ਸੀ ਕਿ ਉਸਦੀ ਜੀਭ ਦੇ ਵਿੱਚ ਬਹੁਤ ਰਸ ਸੀ। ਪਿੰਡ ਦੇ ਕੋਈ ਹੋਰ ਮੁੰਡੇ ਵੀ ਫੌਜ ਦੇ ਵਿੱਚ ਸਨ। ਜਦੋਂ ਛੁੱਟੀ ਆਉਂਦੇ ਤਾਂ ਪਿੰਡ ਦੇ ਬੰਦਿਆਂ ਦੇ ਨਾਲ ਉਹਨਾਂ ਦੀ ਗੱਲ ਵਾਹਿਗੁਰੂ ਜੀ ਕੀ ਫਤਿਹ ਤੋਂ ਅੱਗੇ ਨਾ ਤੁਰਦੀ ਤੇ ਉਹ ਜਾਂਦੇ। ਪਰ ਜਦੋਂ ਕਰਮ ਸਿੰਘ ਪਿੰਡ ਆਉਂਦਾ ਤਾਂ ਖੂਹ ਤੇ ਨਹਾਉਣ ਵਾਲਿਆਂ ਦੀਆਂ ਭੀੜਾਂ ਵੱਧ ਜਾਂਦੀਆਂ। ਸਿਆਲ ਦੀ ਅੱਧੀ ਰਾਤ ਤੱਕ ਲੋਕ ਠੰਡੀ ਹੋ ਰਹੀ ਦਾਣੇ ਭੁੰਨਣ ਵਾਲੀ ਪੱਠੀ ਦੇ ਸੇਕ ਆਸਰੇ ਬੈਠੇ ਕਰਮ ਸਿੰਘ ਦੀਆਂ ਗੱਲਾਂ ਸੁਣਦੇ ਰਹਿੰਦੇ, ਫੌਜ ਦੀਆਂ ਗੱਲਾਂ, ਕਿਉਂਕਿ ਬੜਾ ਰਸੀਲਾ ਸੀ, ਜ਼ੁਬਾਨ ਬੜੀ ਮਿੱਠੀ ਸੀ ਉਹਦੀ ਤੇ ਲੋਕਾਂ ਨੂੰ ਜੋੜ ਕੇ ਰੱਖਦਾ ਸੀ। ਪਿੱਛੇ ਰੈਜੀਮੈਂਟ ਵਿੱਚ ਉਸਦੀ ਰਾਈਫਲ ਦਾ ਨਿਸ਼ਾਨਾ ਵੀ ਬੜਾ ਮਸ਼ਹੂਰ ਸੀ। ਹੁਣ ਲੜਾਈ ਵਿੱਚ ਉਸਦੇ ਪੱਕੇ ਨਿਸ਼ਾਨੇ ਨੇ ਕਈ ਦੂਰ ਲੁਕੇ ਹੋਏ ਤੇ ਦਰਖਤਾਂ ਦੇ ਟਾਹਣੇ ਜਿਹੇ ਦਿਸਦੇ ਜਾਪਾਨੀ ਡੇਗੇ ਸਨ। ਆਪਣੀ ਪਲਟਨ ਦਾ ਦਿਲ ਠੰਡਾ ਕਰਦਾ ਤੇ ਉਹਨਾਂ ਨੂੰ ਦੱਸਦਾ, ਹੋ ਗਿਆ ਇੱਕ ਜਾਪਾਨੀ, ਹੋ ਗਿਆ ਇੱਕ ਹੋਰ ਜਾਪਾਨੀ। ਜਿੱਥੇ ਮਸ਼ੀਨ ਗਨਾਂ ਦੀਆਂ ਗੋਲੀਆਂ ਉਹਨਾਂ ਦੀਆਂ ਵਾਛੜਾਂ ਨੇ ਸਫਲ ਹੋ ਜਾਂਦੀਆਂ, ਉੱਥੇ ਕਰਮ ਸਿੰਘ ਦੀ ਇੱਕ ਗੋਲੀ ਕੰਮ ਸਵਾਰ ਦਿੰਦੀ। ਭਾਵੇਂ ਹੁਣ ਕਰਮ ਸਿੰਘ ਦੇ ਹੱਡ ਕੁਝ ਪੁਰਾਣੇ ਹੁੰਦੇ ਜਾਂਦੇ ਸਨ, ਪਰ ਜਦੋਂ ਜਿਮਨਾਸਟਿਕ ਦੇ ਡੰਡਿਆਂ ਤੇ ਖੇਡਾਂ ਕਰਦਾ ਨਾ ਤਾਂ ਵੇਖਣ ਵਾਲਿਆਂ ਨੂੰ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹਨੂੰ ਕੋਈ ਭੂਤ ਚੰਬੜ ਗਿਆ ਹੋਵੇ। ਫੁਰਤੀਲਾ ਬਹੁਤ ਸੀ। ਇੱਥੇ ਲੜਾਈ ਵਿੱਚ ਤੇ ਖੈਰ ਇਹ ਸਭ ਕੁਝ ਬੰਦ ਸੀ। ਅਸੀਂ ਕੱਸੀਆਂ ਹੋਈਆਂ ਵਰਦੀਆਂ ਪਾ ਕੇ ਬੈਂਡ ਨਾਲ ਪਰੇਡ ਨਹੀਂ ਕੀਤੀ ਸੀ। ਕੋਈ ਬਾਜ਼ਾਰ ਨੇੜੇ ਨਹੀਂ ਸੀ ਜਿੱਥੇ ਮੁਫਤੀ ਪਾ ਕੇ ਕੋਈ ਜਾ ਸਕੇ। ਕਦੇ ਕੋਈ ਪਿੰਡ ਦਾ, ਇਲਾਕੇ ਦਾ ਬੰਦਾ ਨਹੀਂ ਸੀ ਮਿਲਿਆ। ਇਸ ਕਰਕੇ ਜਦੋਂ ਮਾਨ ਸਿੰਘ ਦੀ ਛੁੱਟੀ ਦੀ ਵਾਰੀ ਆਈ ਤਾਂ ਕਰਮ ਸਿੰਘ ਬੜਾ ਔਖਾ ਹੋਇਆ। ਉਹ ਕਹਿੰਦਾ ਕਿ ਜੇ ਮਾਨ ਸਿੰਘ ਨੂੰ ਛੁੱਟੀ ਮਿਲ ਗਈ ਹੈ ਤਾਂ ਜੇ ਉਹਨੂੰ ਵੀ ਮਿਲ ਜਾਂਦੀ ਤਾਂ ਦੋਵੇਂ ਇਕੱਠੇ ਛੁੱਟੀਆਂ ਗੁਜ਼ਾਰਦੇ ਤੇ ਫਿਰ ਇਕੱਠੇ ਮੁੜ ਆਉਂਦੇ, ਕਿੰਨਾ ਵਧੀਆ ਲੱਗਦਾ। ਨਾਲੇ ਅੰਮ੍ਰਿਤਸਰੋਂ ਚੂੜਕਾਣਾ ਕਿਹੜਾ ਦੂਰ ਹੈ, ਮਸਾਂ ਕੋਈ 50 ਕੁ ਗੋਹਾਂ ਦੀ ਵਿੱਥ ਹੋਈ ਸੀ। ਭਾਵੇਂ ਪਹਿਲੇ ਨੂੰ ਮਾਝਾ ਤੇ ਦੂਸਰੇ ਨੂੰ ਬਾਹਰ ਰੱਖਦੇ ਸਨ, ਭਾਵੇਂ ਪਹਿਲਾ ਮੁੱਢ ਕਦੀਮ ਤੋਂ ਵਸਿਆ ਹੋਇਆ ਸੀ ਤੇ ਦੂਸਰੇ ਨੂੰ ਚੰਗੀ ਤਰ੍ਹਾਂ ਜੰਮ ਕੇ ਵਸਿਆ ਹਜੇ ਥੋੜਾ ਹੀ ਚਿਰ ਹੋਇਆ ਸੀ, ਪਰ ਛੁੱਟੀ ਉਹਨਾਂ ਨੂੰ ਇਕੱਠਿਆਂ ਨੂੰ ਨਹੀਂ ਮਿਲੀ। ਅਸਲ ਦੇ ਵਿੱਚ ਛੁੱਟੀ ਇਹਨਾਂ ਦਿਨਾਂ ਵਿੱਚ ਮਿਲਦੀ ਵੀ ਬਹੁਤ ਮੁਸ਼ਕਲ ਦੇ ਨਾਲ ਸੀ। ਕੋਈ ਕਿਸਮਤ ਵਾਲਾ ਹੀ ਹੁੰਦਾ ਸੀ। ਇਸ ਵਾਰੀ ਕਰਮ ਸਿੰਘ ਨੂੰ ਨਾ ਮਿਲੀ ਪਰ ਮਾਨ ਸਿੰਘ ਨੂੰ ਮਿਲ ਗਈ। ਤੇ ਜਦੋਂ ਮਾਨ ਸਿੰਘ ਪਿਛਾਂਹ ਨੂੰ ਆਉਂਦੇ ਫੌਜੀ ਟਰੱਕ ਦੇ ਵਿੱਚ ਬੈਠਣ ਲੱਗਾ ਤਾਂ ਕਰਮ ਸਿੰਘ ਨੇ ਕਿਹਾ, ਮਾਨ ਸਿਆ ਛੁੱਟੀ ਚੱਲਾਂ?
ਯਾਰਾ ਸਾਡੇ ਘਰ ਵੀ ਹੁੰਦਾ ਵੀ ਮੇਰੇ ਕੋਲੋਂ ਆਏ ਨੂੰ ਉਹ ਤੈਨੂੰ ਵੇਖ ਲੈਣਗੇ ਤੇ ਉਹਨਾਂ ਦਾ ਅੱਧਾ ਮੇਲ ਹੋ ਜਾਏ ਤੇ ਫਿਰ ਉਹਨਾਂ ਕੋਲੋਂ ਮਿਲ ਕੇ ਜਦੋਂ ਤੂੰ ਮੇਰੇ ਕੋਲ ਆਵੇਂਗਾ ਮੈਂ ਤੈਨੂੰ ਵੇਖ ਲਵਾਂਗਾ ਤੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਮੇਰਾ ਵੀ ਅੱਧਾ ਮੇਲ ਹੋ ਜੂ। ਫੌਜੀ ਬੜਾ ਦਲੇਰ ਸੀ, ਬੜੀ ਦਲੇਰੀ ਦੇ ਨਾਲ, ਖੁਸ਼ਦਿਲੀ ਦੇ ਨਾਲ ਇਹ ਗੱਲ ਉਹਨੂੰ ਆਖ ਗਿਆ। ਫਿਰ ਆਪਣੇ ਇਲਾਕੇ ਵਿੱਚ ਉਸਦੀ ਦਿਲਚਸਪੀ ਵਧਾਉਣ ਲਈ ਉਸਨੂੰ ਪੁੱਛਿਆ, ਉਹ ਮਾਨ ਸਿਆ ਉਹ ਤੂੰ ਕਦੀ ਉਧਰ ਗਿਆ ਕਿ ਨਹੀਂ ਯਾਰ? ਮਾਨ ਸਿੰਘ ਅੱਗੋਂ ਬੋਲਿਆ, ਨਹੀਂ ਬਈ ਅੰਮ੍ਰਿਤਸਰੋਂ ਵਿੱਚੋਂ ਹੀ ਲੰਘਿਆ, ਪਰ ਇਹ ਤਾਂ ਆਪਾਂ ਕਦੀ ਨਹੀਂ ਗਏ। ਤੇ ਕਰਮ ਸਿੰਘ ਉਹਨੂੰ ਲਲਚਾਉਣ ਲੱਗਾ, ਉਹ ਮਾਨ ਸਿਆ ਉਹ ਉਧਰ ਬੜੇ ਗੁਰਦੁਆਰੇ ਨੇ ਯਾਰ, ਤਰਨ ਤਾਰਨ, ਖਡੂਰ ਸਾਹਿਬ, ਗੋਬਿੰਦਵਾਲ, ਸਾਰੇ ਥਾਈਂ ਮੱਥਾ ਟੇਕਾਵੀਂ, ਨਾਲੇ ਸਾਡੇ ਘਰ ਹੋ ਆਵੀਂ। ਮੈਂ ਆਪ ਹੀ ਉਹਨਾਂ ਨੂੰ ਚਿੱਠੀ ਪਾ ਦੂੰ ਪਈ ਲੈ ਬਈ ਮਾਨ ਸਿੰਘ ਤੁਹਾਡੇ ਕੋਲ ਆਵੇਗਾ, ਨਾਲੇ ਤੈਨੂੰ ਕਿਹੜਾ ਕਾਹਲੀ ਐ, ਜਦੋਂ ਛੁੱਟੀ ਖਤਮ ਹੋਈ ਤਾਂ ਉਸ ਵੇਲੇ ਜਾਈਂ, ਪਹਿਲਾਂ ਆਪਣੇ ਪਿੰਡ ਜਾ, ਆਪਣੇ ਘਰ ਜਾ, ਆਪਣੇ ਪਰਿਵਾਰ ਨੂੰ ਮਿਲ, ਆਉਂਦਾ ਆਉਂਦਾ ਉਧਰੋਂ ਇੱਕ ਰਾਤੀ ਰਹਿ ਆਈ, ਨਾਲੇ ਗੇੜਾ ਮਾਰ ਆਈ। ਕਿਉਂ? ਤੇ ਇਸੇ ਕਰਕੇ ਮਾਨ ਸਿੰਘ ਜਦੋਂ ਜਾ ਰਿਹਾ ਸੀ ਤਾਂ ਉਸਨੇ ਕਰਮ ਸਿੰਘ ਨੂੰ ਵਾਅਦਾ ਕੀਤਾ ਹੋਇਆ ਸੀ ਕਿ ਜ਼ਰੂਰ ਆਉਂਦਾ ਆਉਂਦਾ ਛੁੱਟੀ ਖਤਮ ਹੋਣ ਵੇਲੇ ਉਹ ਜ਼ਰੂਰ ਉਹਦੇ ਘਰ ਹੋ ਆਵੇਗਾ। ਇਸੇ ਕਰਕੇ ਆਪਣੀਆਂ ਛੁੱਟੀਆਂ ਮੁੱਕਣ ਦੇ ਨੇੜੇ ਅੱਜ ਉਹ ਟਾਂਗੇ ਤੇ ਚੜਿਆ ਕਰਮ ਸਿੰਘ ਦੇ ਪਿੰਡ ਜਾ ਰਿਹਾ ਸੀ। ਛੁੱਟੀਆਂ ਉਹਦੀਆਂ ਤਕਰੀਬਨ ਖਤਮ ਸੀ, ਬਸ ਮਸਾਂ ਕੁ ਉਹਦੇ ਕੋਲ ਇੱਕ ਅੱਧਾ ਦਿਨ ਬਾਕੀ ਸੀ। ਫਿਰ ਜ਼ਿਹਨ 'ਚ ਆਇਆ, ਚੱਲ ਮਨਾ ਕਰਮ ਸਿੰਘ ਨੂੰ ਜਾ ਕੇ ਜਵਾਬ ਵੀ ਤਾਂ ਦੇਣਾ, ਨਾਲੇ ਉਹ ਕਹਿੰਦਾ ਸੀ ਬਈ ਮੇਰੇ ਘਰ ਹੋ ਕੇ ਆਈ, ਉਹਦਾ ਵੀ ਅੱਧਾ ਮੇਲ ਹੋ ਜੂ। ਫੌਜੀ ਪਤਾ ਨਹੀਂ ਹੁਣ ਉਹਨੂੰ ਛੁੱਟੀ ਕਦੋਂ ਮਿਲੇ ਜਾਂ ਨਾ ਮਿਲੇ। ਤੇ ਮਾਨ ਸਿੰਘ ਉਹਦੇ ਪਿੰਡ ਦੇ ਵੱਲ ਨੂੰ ਜਾ ਰਿਹਾ ਸੀ, ਟਾਂਗੇ ਦੇ ਵਿੱਚ ਬੈਠਾ। ਇਹ ਵਕਤ ਸ਼ਾਮ ਦਾ ਸੀ। ਹੌਲੀ ਹੌਲੀ ਮਾਨ ਸਿੰਘ ਉਹਨਾਂ ਦੇ ਪਿੰਡ ਪਹੁੰਚ ਜਾਂਦਾ। ਬਾਪੂ ਜੀ ਮੈਂ ਮਾਨ ਸਿੰਘ ਆ, ਚੂੜਕਾਣਿਓ। ਉਸਨੇ ਕਰਮ ਸਿੰਘ ਦੇ ਘਰ ਦੀ ਡਿਉੜੀ ਦੇ ਵਿੱਚ ਬੈਠੇ ਬਾਬੇ ਨੂੰ ਹੱਥ ਜੋੜ ਕੇ ਕਿਹਾ, ਆਓ ਜੀ ਆਇਆਂ ਨੂੰ, ਬਹਿ ਜਾਓ, ਲੰਘ ਆਓ। ਮਾਨ ਸਿੰਘ ਅੰਦਰ ਲੰਘ ਕੇ ਮੰਜੀ ਤੇ ਬਹਿ ਗਿਆ। ਉਸਦੇ ਆਉਣ ਕਰਕੇ ਬਾਬਾ ਕੁਝ ਔਖਾ ਲੱਗਦਾ ਸੀ। ਪਹਿਲਾਂ ਤੋਂ ਇੱਧਰ ਉੱਧਰ ਵੇਖ ਰਿਹਾ ਸੀ, ਪਰ ਹੁਣ ਉਸਨੇ ਚੁੱਪਚਾਪ ਨੀਵੀਂ ਪਾ ਲਈ। ਮਾਨ ਸਿੰਘ ਕੋ ਬਹੁਤੇ ਕਾਲੇ ਸੁਭਾਅ ਦਾ ਬੰਦਾ ਨਹੀਂ ਸੀ, ਪਰ ਆਪਣੀ ਇਸ ਆਓ ਭਗਤ ਤੇ ਉਸਨੂੰ ਬੜੀ ਹੈਰਾਨੀ ਜਿਹੀ ਹੋਈ। ਉਹਦੀ ਤਵੱਕੋ ਕੋਈ ਹੋਰ ਸੀ। ਹੋ ਸਕਦਾ ਸੀ ਕਿ ਇਹ ਕੋਈ ਓਪਰਾ ਆਦਮੀ ਹੋਵੇ, ਸ਼ਾਇਦ ਮੇਰੇ ਦੋਸਤ ਕਰਮ ਸਿੰਘ ਦਾ ਬਾਪੂ ਨਾ ਹੋਵੇ। ਤੁਸੀਂ ਕਰਮ ਸਿੰਘ ਦੇ ਬਾਪੂ? ਉਸਨੇ ਚੰਗੇਰੀ ਮਿਲਣੀ ਦੀ ਮੰਗ ਕਰਦੇ ਹੋਏ ਪੁੱਛਿਆ। ਆਹੋ ਜੀ, ਇਹ ਉਹਦਾ ਹੀ ਘਰ ਹੈ। ਉਸਨੇ ਮੇਰੇ ਬਾਰੇ ਤੁਹਾਨੂੰ ਕੋਈ ਚਿੱਠੀ ਲਿਖੀ ਸੀ? ਤੁਹਾਨੂੰ ਪਤਾ ਸੀ ਕਿ ਮੈਂ ਆਉਣਾ? ਹਾਂ, ਉਹਨੇ ਲਿਖਿਆ ਸੀ ਭਈ ਤੂੰ ਸਾਡੇ ਕੋਲ ਆਏਂਗਾ, ਸਾਡੇ ਕੋਲ ਰਹੇਂਗਾ। ਤੇ ਬੁੱਢਾ ਉੱਠ ਕੇ ਵਿਹੜੇ ਵੱਲ ਨੂੰ ਤੁਰ ਪਿਆ। ਇੰਨੀ ਗੱਲ ਕਹਿ ਕੇ ਤੇ ਮਾਨ ਸਿੰਘ ਹੈਰਾਨ ਸੀ ਕਿ ਇੰਨੀ ਕੋਈ ਨਿੱਘੀ ਆਓ ਭਗਤ ਨਹੀਂ ਹੋਈ ਉਸਦੀ। ਬੁੱਢੜੇ ਨੇ ਕੱਟੀ ਨੂੰ ਖੋਲ ਕੇ ਦੂਜੇ ਕਿੱਲੇ ਤੇ ਦੂਸਰੇ ਕਿੱਲੇ ਤੇ ਬੱਧਾ, ਫਿਰ ਉਸਦੇ ਪਿੰਡੇ ਤੇ ਹੱਥ ਫੇਰਿਆ ਤੇ ਫਿਰ ਉਸਨੂੰ ਆਪਣਾ ਹੱਥ ਚੱਟਣ ਲਾ ਦਿੱਤਾ। ਫਿਰ ਅੰਦਰ ਜਾ ਕੇ ਮਾਨ ਸਿੰਘ ਦੇ ਆਉਣ ਦਾ ਪਤਾ ਦਿੱਤਾ ਤੇ ਚਾਹ ਲਿਆਉਣ ਲਈ ਆਖਿਆ। ਤੇ ਜਿਸ ਤਰ੍ਹਾਂ ਮੁੜ ਕੇ ਡਿਉੜੀ ਦੇ ਵਿੱਚ ਆਉਣ ਤੋਂ ਡਰਦਾ ਹੋਵੇ, ਕੰਬਦਾ ਹੋਵੇ, ਮਾਨ ਸਿੰਘ ਦੇ ਕੋਲ ਬੈਠਣ ਤੋਂ ਘਬਰਾਉਂਦਾ ਹੋਵੇ। ਫਿਰ ਉਹ ਵਿਹੜੇ ਦੇ ਵਿੱਚ ਬੱਧੀ ਘੋੜੀ ਦੇ ਕੋਲ ਖਲੋ ਗਿਆ। ਉਸਦੇ ਅੱਗੇ ਪਈ ਤੂੜੀ ਨੂੰ ਹਿਲਾਇਆ, ਹੋਰ ਛੋਲੇ ਲਿਆ ਕੇ ਵਿੱਚ ਪਾਏ ਤੇ ਅਖੀਰ ਮੁੜ ਕੇ ਡਿਉੜੀ ਦੇ ਵਿੱਚ ਆ ਗਿਆ। ਬਾਬਾ ਹੁਣ ਕੁਝ ਵਧੇਰੇ ਆਪਣੇ ਆਪ ਵਿੱਚ ਹੀ ਸੀ, ਬਹੁਤੀਆਂ ਗੱਲਾਂ ਕਰਨ ਦੇ ਪੱਖ ਦੇ ਵਿੱਚ ਨਹੀਂ ਸੀ ਲੱਗਦਾ। ਤੇ ਨਾਲ ਦੀ ਨਾਲ ਕਦੀ ਸੱਜੇ ਖੱਬੇ ਬਸ ਝਾਕ ਰਿਹਾ ਸੀ। ਜਸਵੰਤ ਸਿੰਘ ਕਿੱਥੇ ਹੈ? ਮਾਨ ਸਿੰਘ ਨੂੰ ਪਤਾ ਸੀ ਕਿ ਕਰਮ ਸਿੰਘ ਦੇ ਨਿੱਕੇ ਭਰਾ ਦਾ ਨਾਂ ਜਸਵੰਤ ਸਿੰਘ ਹੈ। ਹੁਣੇ ਆਉਂਦਾ ਜੀ, ਉਹ ਚਰੀ ਦੀ ਗੰਢ ਲੈਣ ਗਿਆ, ਬਸ ਆ ਜਾਣਾ ਉਹਨੇ। ਇੰਨੇ ਨੂੰ ਕਰਮ ਸਿੰਘ ਦੀ ਬੇਬੇ ਚਾਹ ਲੈ ਕੇ ਆ ਗਈ। ਬੇਬੇ ਜੀ ਸਤਿ ਸ੍ਰੀ ਅਕਾਲ, ਪੈਰੀ ਪੈਣਾ। ਮਾਨ ਸਿੰਘ ਨੇ ਹੱਸਦੀਆਂ ਅੱਖਾਂ ਦੇ ਨਾਲ ਬੁੱਢੀ ਦੇ ਵੱਲ ਵੇਖਿਆ। ਮਾਤਾ ਦੇ ਹੋਂਠ ਕੁਝ ਕਹਿਣ ਲਈ ਫਰਕੇ, ਪਰ ਕੋਈ ਅੱਖਰ ਹੀ ਨਾ ਬਣਿਆ। ਮਾਨ ਸਿੰਘ ਨੇ ਚਾਹ ਵਾਲੀ ਗੜਵੀ ਤੇ ਕੌਲੀ ਉਸਦੇ ਹੱਥੋਂ ਫੜ ਲਈ ਤੇ ਉਹ ਵਾਪਸ ਚਲੀ ਗਈ। ਮਾਨ ਸਿੰਘ ਸੋਚੀ ਪੈ ਗਿਆ, ਮਨਾ ਉਹ ਮਾਨ ਸਿਆ ਯਾਰ, ਇਹ ਮਜੈਲ ਕਿੱਦਾਂ ਦੇ ਬੰਦੇ ਹੁੰਦੇ ਨੇ। ਮਾਨ ਸਿੰਘ ਬੜਾ ਹੈਰਾਨ ਹੋ ਰਿਹਾ ਸੀ, ਆਪਣੇ ਵਿੱਚ ਉਹ ਬੜਾ ਤੰਗ ਸੀ, ਪਰ ਹੁਣ ਘਰ ਆ ਕੇ ਵਾਪਸ ਥੋੜਾ ਜਾ ਸਕਦਾ ਸੀ। ਮਨੋ ਮਨੀ ਸੋਚਿਆ, ਮਾਨ ਸਿਆ ਤੇਰੀ ਪਾਉ ਭਗਤ ਤਾਂ ਕੋਈ ਚੰਗੀ ਹੋ ਨਹੀਂ ਰਹੀ ਇੱਥੇ, ਪਰ ਮਨਾ ਹੁਣ ਆ ਹੀ ਗਏ ਆ, ਹੁਣ ਇੱਕ ਰਾਤ ਰਹਿ ਕੇ ਮੁੜਾਂਗੇ, ਹੁਣੇ ਥੋੜਾ ਚਲੇ ਜਾਣਾ। ਕਰਮ ਸਿੰਘ ਦਾ ਪਿੰਡ ਆ ਯਾਰ, ਉਹਨੂੰ ਕੀ ਜਵਾਬ ਦੇਣਾ। ਰਾਤ ਨੂੰ ਜਦੋਂ ਜਸਵੰਤ ਸਿੰਘ ਆਇਆ ਤਾਂ ਇਸ ਰੌਣਕ ਵਿੱਚ ਗੱਲਾਂ ਬਾਤਾਂ ਕੁਝ ਖੁੱਲੀਆਂ ਹੋਣ ਲੱਗੀਆਂ। ਕੋਈ ਹਮ ਉਮਰ ਸਾਥੀ ਜਿਹਾ ਉਹਨੂੰ ਮਿਲ ਗਿਆ ਮਾਨ ਸਿੰਘ ਨੂੰ। ਫਿਰ ਉਹ ਗੱਲਾਂ ਕਰਨ ਲੱਗਾ ਵੀ ਬੜੀ ਮਸ਼ਹੂਰੀ ਹੋਈ ਪਈ ਏ ਕਰਮ ਸਿੰਘ ਦੀ ਗੋਲੀ ਦੀ। ਉੱਥੇ ਬਰਮਾ ਦੀ ਲੜਾਈ ਦੇ ਵਿੱਚ ਤਾਂ ਯਾਰ ਉਹਨੇ ਤਬਾਹੀ ਕਰ ਦਿੱਤੀ। ਬਸ ਉਹਦੇ ਘੋੜਾ ਦੱਬਣ ਦੀ ਢੇਰ ਹੁੰਦੀ ਹੈ, ਅੱਖ ਦੇ ਫੋਰ ਨਾਲ ਹੀ ਜਾਪਾਨੀ ਹੇਠਾਂ ਲਿਟ ਜਾਂਦਾ।
ਸਾਨੂੰ ਨਾਲ ਟੁਰਦਿਆਂ ਨੂੰ ਵੀ ਨਹੀਂ ਪਤਾ ਲੱਗਦਾ, ਉਹਦੇ ਪਤਾ ਲੱਗਦਾ ਆ ਗਿਆ ਖੋਰ ਜਾਪਾਨੀ। ਅਸੀਂ ਹੈਰਾਨ ਹੈ ਬਈ ਯਾਰ ਇੰਨਾ ਨਿਸ਼ਾਨੇ ਦਾ ਪੱਕਾ ਕਰਮ ਸਿੰਘ। ਮਾਨ ਸਿੰਘ ਇੱਥੇ ਰੁਕ ਗਿਆ ਇਸ ਉਮੀਦ ਤੋਂ ਕਿ ਉਹ ਬਹੁਤ ਸਾਰੀਆਂ ਗੱਲਾਂ ਪੁੱਛਣਗੇ, ਉਸ ਦਾ ਅੰਦਰ ਗੱਲਾਂ ਦੇ ਨਾਲ ਭਰਿਆ ਪਿਆ ਸੀ, ਪਰ ਇੱਥੇ ਤਾਂ ਕੋਈ ਸੁਣਦਾ ਹੀ ਨਹੀਂ ਸੀ, ਕੋਈ ਗੱਲ ਹੀ ਨਹੀਂ ਪੁੱਛ ਰਿਹਾ। ਕੁਝ ਚਿਰ ਇਸ ਤਰ੍ਹਾਂ ਹੀ ਸੁਨਸਾਨ ਹੀ ਰਹੀ ਤੇ ਫਿਰ ਬੁੱਢੇ ਨੇ ਜਸਵੰਤ ਸਿੰਘ ਨੂੰ ਕਿਹਾ, ਪੁੱਤਰਾ ਆਪਣੀ ਵਾਰੀ ਕਦੋਂ ਹੈ ਪਾਣੀ ਦੀ? ਜਸਵੰਤ ਬੋਲਿਆ, ਬਾਪੂ ਜੀ ਪਰਸੋਂ 3 ਵਜੇ ਲੱਗਣੀ ਹੈ। 3 ਵਜੇ ਸਵੇਰ ਦਾ ਨਾਂ ਸੁਣ ਕੇ ਮਾਨ ਸਿੰਘ ਨੇ ਫੇਰ ਗੱਲ ਛੇੜੀ। ਉਹਦਾ ਮਨ ਗੱਲਾਂ ਨਾਲ ਭਰਿਆ ਹੋਇਆ ਸੀ, ਉਹ ਆਪਣੇ ਦੋਸਤ ਕਰਮ ਸਿੰਘ ਦੀਆਂ ਗੱਲਾਂ ਕਰਨੀਆਂ ਚਾਹੁੰਦਾ ਸੀ। ਉਹ ਚਾਹੁੰਦਾ ਸੀ ਕਿ ਆਪਣੇ ਯਾਰ ਦੀਆਂ ਰੱਜ ਕੇ ਗੱਲਾਂ ਕਰੇ। ਕਰਮ ਸਿੰਘ ਪਹਿਰ ਰਾਤ ਉੱਠਣ ਤੋਂ ਹੀ ਬਚ ਗਿਆ। ਫੌਜ ਵਿੱਚ ਸਵੇਰੇ ਉੱਠਣ ਦਾ ਬੜਾ ਆਲਸ ਹੈ ਉਹਨੂੰ, ਸਾਰਿਆਂ ਤੋਂ ਪਿੱਛੋਂ ਉੱਠਦਾ ਉਹ ਉੱਥੇ। ਇਸ ਗੱਲ ਦੇ ਨਾਲ ਵੀ ਕਿਸੇ ਦਾ ਉਤਸ਼ਾਹ ਨਾ ਜਾਗਿਆ। ਫਿਰ ਰੋਟੀ ਆ ਗਈ। ਉਹਨਾਂ ਕਾਫੀ ਉਚੇਚ ਕੀਤਾ ਹੋਇਆ ਸੀ, ਕਾਫੀ ਪ੍ਰਬੰਧ ਕੀਤਾ ਹੋਇਆ ਸੀ ਰੋਟੀ ਦੇ ਨਾਲ ਨਾਲ ਜਸਵੰਤ ਉਹਨੂੰ ਰੋਟੀ ਖਾਂਦੇ ਨੂੰ ਪੱਖਾ ਚੱਲ ਰਿਹਾ ਸੀ। ਮਾਨ ਸਿੰਘ ਨੂੰ ਫਿਰ ਲੈ ਵੇ, ਹੁਣ ਜ਼ਰੂਰ ਕੋਈ ਗੱਲ ਬਣੂ, ਹੁਣ ਜ਼ਰੂਰ ਇਹ ਮੇਰੇ ਨਾਲ ਕੋਈ ਗੱਲ ਤੋਰਨਗੇ। ਰੋਟੀ ਖਾਂਦਿਆਂ ਇੰਨੇ ਨੂੰ ਕਰਮ ਸਿੰਘ ਦਾ ਨਿੱਕਾ ਜਿਹਾ ਮੁੰਡਾ ਤੁਰਦਾ ਮਾਨ ਸਿੰਘ ਦੀ ਮੰਜੀ ਦੇ ਕੋਲ ਆ ਗਿਆ। ਜੇ ਉਹ ਹੋਰ ਕਿਸੇ ਨਾਲ ਕਰਮ ਸਿੰਘ ਦੀਆਂ ਗੱਲਾਂ ਨਹੀਂ ਸੀ ਕਰ ਸਕਦਾ ਤਾਂ ਉਹਦੇ ਮੁੰਡੇ ਨਾਲ ਤਾਂ ਕਰ ਸਕਦਾ ਸੀ। ਮਾਨ ਸਿੰਘ ਨੇ ਉਸਨੂੰ ਕੁੱਛੜ ਚੁੱਕ ਲਿਆ ਰੋਟੀ ਖਾਂਦੇ ਨੇ, ਜਿਵੇਂ ਉਹਨੂੰ ਕੋਈ ਸਹਾਰਾ ਲੱਭ ਗਿਆ ਹੋਵੇਗਾ ਫੌਜ ਦੀ, ਉਸਦੇ ਦੋਸਤ ਦੀ ਗੱਲ ਸੁਣਨ ਨੂੰ। ਚਲੋ ਜੇ ਹੋਰ ਕੋਈ ਨਹੀਂ ਤਾਂ ਉਹਦਾ ਮੁੰਡਾ ਹੀ ਸਹੀ, ਉਹਦਾ ਜਵਾਕ ਹੀ ਸਹੀ। ਓਏ ਆਪਣੇ ਬਾਪੂ ਕੋ ਚੱਲਣਾ ਹੀ, ਜਾਣਾ ਹੀ ਤਾਂ ਚੱਲ ਮੇਰੇ ਨਾਲ। ਉਹ ਬੜਾ ਮੀਂਹ ਪੈਂਦਾ ਉੱਥੇ, ਐਵੇਂ ਪਾਣੀ ਵਿੱਚ ਤੁਰਿਆ ਫਿਰੀ, ਦੌੜਦਾ ਫਿਰੀ। ਮਾਨ ਸਿੰਘ ਦੀ ਇਹ ਗੱਲ ਬਾਪੂ ਨੂੰ ਸੂਲ ਵਾਂਗ ਚੁੱਭ ਗਈ। ਬਾਪੂ ਖਿੱਚ ਗਿਆ ਕਿ ਬਾਪੂ ਦੇ ਚਿਹਰੇ ਤੇ ਜਿਵੇਂ ਗੁੱਸੇ ਦੇ ਨਾਲ, ਦੁੱਖ ਤਕਲੀਫ ਦੇ ਨਾਲ ਲਾਲੀ ਆ ਗਈ ਹੋਵੇ। ਆ ਫੜ ਲੈ ਮੁੰਡੇ ਨੂੰ ਇੱਧਰ ਰੱਖ, ਰੋਟੀ ਤਾਂ ਖਾ ਲੈਣ ਦਿਆ ਕਰੋ ਆਰਾਮ ਦੇ ਨਾਲ। ਮਸਾ ਮੁੰਡਾ ਛੁੱਟੀ ਤੇ ਆਇਆ, ਲੈ ਜਾਓ ਇਹਨੂੰ ਅੰਦਰ। ਬਾਪੂ ਨੇ ਜ਼ਰਾ ਤੇਜ਼ ਹੋ ਕੇ ਕਿਹਾ ਤੇ ਬੇਬੇ ਨੇ ਆ ਕੇ ਮੁੰਡਾ ਚੁੱਕ ਲਿਆ ਫਟਾਫਟ। ਹੁਣ ਤੇ ਘਰ ਦੀ ਹਵਾ ਦੇ ਵਿੱਚ ਮਾਨ ਸਿੰਘ ਨੂੰ ਸਾਹ ਲੈਣਾ ਬੜਾ ਔਖਾ ਹੋ ਗਿਆ ਸੀ। ਇੱਧਰ ਦਾ ਪੈਂਡਾ ਮੁਕਾ ਕੇ ਉਸ ਦਾ ਛੇਤੀ ਮੁੜਨ ਨੂੰ ਜੀ ਕਰਦਾ ਸੀ। ਉਹ ਆਪਣੇ ਅਗਲੇ ਦਿਨ ਦੇ ਚੱਕਰ ਬਾਰੇ ਪੁੱਛਗਿੱਛ ਆਰੰਭ ਕੀਤੀ। ਇਥੋਂ ਤਰਨਤਾਰਨ ਕਿੰਨਾ ਦੂਰ ਹੈ ਜੀ? ਅੱਗੋਂ ਜਵਾਬ ਮਿਲਦਾ ਕਿ 4 ਕੋਹ ਦਾ ਪਿੰਡ ਹੈ। ਟਾਂਗਾ ਮਿਲ ਜਾਂਦਾ ਸਵੇਰੇ ਇੱਥੋਂ? ਉਹ ਟਾਂਗਿਆਂ ਟੂੰਗਿਆਂ ਦਾ ਤੁਸੀਂ ਫਿਕਰ ਨਾ ਕਰੋ ਜੀ, ਜਸਵੰਤ ਨੂੰ ਤੇਰੇ ਨਾਲ ਭੇਜ ਦਾਂਗੇ ਪੁੱਤਰਾ, ਦੋਵੇਂ ਭਰਾ ਇਕੱਠੇ ਹੀ ਮੱਥਾ ਟੇਕ ਆਇਓ। ਇਸ ਗੱਲ ਤੇ ਮਾਨ ਸਿੰਘ ਰਾਜੀ ਸੀ। ਜਸਵੰਤ ਐਡਾ ਘੁੱਟਿਆ ਹੋਇਆ ਬੰਦਾ ਨਹੀਂ ਸੀ। ਮਾਨ ਸਿੰਘ ਨੂੰ ਹੁਣ ਲੱਗਣ ਲੱਗਾ ਕਿ ਸ਼ਾਇਦ ਬਾਹਰ ਜਾ ਕੇ ਜਸਵੰਤ ਸਿੰਘ ਦੇ ਨਾਲ ਖੁੱਲ ਜਾਏਗਾ ਤੇ ਜਸਵੰਤ ਉਹਦੇ ਨਾਲ ਗੱਲਾਂ ਕਰੇਗਾ ਰੱਜ ਕੇ, ਕਿ ਜਿਹੜੀ ਕਿ ਮਾਨ ਸਿੰਘ ਦੀ ਇਸ ਵੇਲੇ ਰੂਹ ਦੀ ਖੁਰਾਕ ਬਣੀ ਹੋਈ ਸੀ। ਹੁਣ ਮਾਨ ਸਿੰਘ ਨੂੰ ਉਮੀਦ ਸੀ ਤਰਨ ਜਾਂਦਿਆਂ ਕੁਝ ਜਸਵੰਤ ਦੇ ਨਾਲ ਗੱਲਾਂ ਹੋ ਜਾਣਗੀਆਂ, ਦਿਲ ਦੀਆਂ, ਫੌਜ ਦੀਆਂ, ਕਰਮ ਸਿੰਘ ਦੀਆਂ। ਪਰ ਮਾਨ ਸਿੰਘ ਦੇ ਨਾਲ ਤੁਰਦਿਆਂ ਤੇ ਉਹ ਵੀ ਬੜਾ ਘੁੱਟਿਆ ਜਿਹਾ ਰਿਹਾ। ਫਿਰ ਵੀ ਉਹ ਇੰਨਾ ਨਾ ਖੁੱਲਿਆ। ਜਿਹੜੇ ਜਾਣੂ ਬੰਦੇ ਉਹਨੂੰ ਰਾਹ ਦੇ ਵਿੱਚ ਮਿਲਦੇ, ਉਹ ਉਹਨਾਂ ਨੂੰ ਦੂਰੋਂ ਹੀ ਫਤਿਹ ਬੁਲਾ ਕੇ ਅਗਾਂਹ ਟੁਰ ਜਾਂਦਾ, ਬਹੁਤਾ ਗੱਲੀ ਨਾ ਪੈਂਦਾ। ਭਾਵੇਂ ਮਾਨ ਸਿੰਘ ਦਾ ਜੀ ਕਰਦਾ ਸੀ ਕਿ ਉਹ ਆਪ ਖਲੋ ਕੇ ਲੋਕਾਂ ਦੇ ਨਾਲ ਗੱਲਾਂ ਬਾਤਾਂ ਕਰੇ, ਬਜ਼ੁਰਗਾਂ ਦੇ ਨਾਲ ਜਿਹੜੇ ਸੱਥਾਂ ਦੇ ਵਿੱਚ ਬੈਠੇ ਨੇ, ਬੋੜਾਂ ਦੇ ਥੱਲੇ, ਪਿੱਪਲਾਂ ਦੇ ਥੱਲੇ, ਉਹਨਾਂ ਦੇ ਨਾਲ ਖੁੱਲ੍ਹ ਕੇ ਗੱਲ ਕਰੇ। ਉਹਨਾਂ ਦੇ ਬਚੜੇ, ਉਹਨਾਂ ਦੇ ਪਿੰਡ ਦੇ ਗੱਭਰੂ ਕਰਮ ਸਿੰਘ ਦੀਆਂ, ਜਿਹੜਾ ਫੌਜ ਦੇ ਵਿੱਚ ਸੀ, ਜਦੋਂ ਵਾਪਸ ਪਰਦਾ ਸੀ ਤੇ ਉਹਨਾਂ ਦੇ ਨਾਲ ਉਹ ਬੜਾ ਹਾਸਾ ਠੱਠਾ ਕਰਦਾ ਸੀ। ਮਾਨ ਸਿੰਘ ਦਾ ਦਿਲ ਕਰਦਾ ਸੀ ਕਿ ਕਰਮ ਸਿੰਘ ਦੀ ਯਾਦ ਉਹਨਾਂ ਨੂੰ ਤਾਜ਼ਾ ਜ਼ਰੂਰ ਕਰਵਾ ਜਾਵੇ। ਨਾਲੇ ਇੱਧਰ ਕਿਹੜਾ ਰੋਜ਼ ਆਣਾ ਸੀ ਉਹਨੇ, ਮਸਾ ਤਾਂ ਛੁੱਟੀ ਮਿਲਦੀ ਹੈ। ਕਰਮ ਸਿੰਘ ਨੇ ਤਾਂ ਬੜਾ ਜਸ ਕੱਟਿਆ ਫੌਜ ਵਿੱਚ। ਉਹ ਯਾਰਾ ਤੂੰ ਕਿਉਂ ਨਹੀਂ ਫੌਜ ਵਿੱਚ ਗਿਆ? ਮਾਨ ਸਿੰਘ ਨੇ ਫੇਰ ਕਰਮ ਸਿੰਘ ਨੂੰ ਅੱਗੇ ਲਿਆਂਦਾ ਤੇ ਗੱਲ ਫੇਰ ਤੋਰ ਲਈ। ਇੰਨੀ ਗੱਲ ਸੁਣ ਕੇ ਜਸਵੰਤ ਇੱਕਦਮ ਇਕੱਠਾ ਜਾ ਹੋ ਗਿਆ। ਉਹ ਐਂ ਲੱਗਾ ਕਿ ਜਿਵੇਂ ਘਬਰਾ ਜਾ ਗਿਆ ਹੋਵੇ, ਜਿਵੇਂ ਕਿਸੇ ਚੋਰ ਨੂੰ ਚੋਰੀ ਕਰਦੇ ਨਹੀਂ ਫੜ ਲੈਂਦੇ ਆਪਾਂ, ਦੇਖ ਲੈਂਦੇ, ਉਹ ਇਦਾਂ ਹੋ ਗਿਆ। ਤੇ ਕੁਝ ਦੇਰ ਬਾਅਦ ਠਹਿਰ ਕੇ ਉਹਨੇ ਬੋਲਿਆ, ਵੀਰੇ ਇੱਕ ਥੋੜਾ ਫੌਜ ਦੇ ਵਿੱਚ, ਹੋਰ ਇੰਨੇ ਹੁਣ ਕੀ ਕਰਨੇ ਆ ਫੌਜ 'ਚ? ਬਸ ਇਤਨਾ ਹੀ ਕਹਿ ਕੇ ਗੱਲ ਉਹਨੇ ਖਤਮ ਕਰ ਦਿੱਤੀ। ਚਰੀਆਂ ਕਮਾਦ ਕਿੱਡੇ ਹੋ ਗਏ ਨੇ ਆਪਣੇ ਵੱਲ। ਇੱਕ ਚਰੀ ਦੀ ਪੈਲੀ ਵਿੱਚੋਂ ਲੰਘਦੇ ਜਸਵੰਤ ਨੇ ਗੱਲ ਚਲਾਈ, ਜਿਵੇਂ ਗੱਲ ਨੂੰ ਹੋਰ ਪਾਸੇ ਤੋਰ ਲਿਆ ਹੋਵੇ। ਮਾਨ ਸਿੰਘ ਦਾ ਵੀ ਬਿਲਕੁਲ ਧਿਆਨ ਨਹੀਂ ਸੀ ਇਸ ਗੱਲ ਤੇ, ਕਿਉਂਕਿ ਉਹ ਤਾਂ ਆਪਣੇ ਯਾਰ ਦੀਆਂ ਗੱਲਾਂ ਕਰਨਾ ਚਾਹੁੰਦੇ ਸੀ, ਨਾ ਕਿ ਖੇਤੀਬਾੜੀ ਦੀਆਂ, ਚਰੀ ਦੀਆਂ। ਉਹ ਤਾਂ ਚਾਹੁੰਦਾ ਸੀ ਕਿ ਜਸਵੰਤ ਬੋਲੇ ਤਾਂ ਕਰਮ ਸਿੰਘ ਬਾਰੇ ਬੋਲੇ। ਪਿੰਡ ਮੁੜ ਕੇ ਮਾਨ ਸਿੰਘ ਪਛਾਣ ਜਾਣ ਦੀਆਂ ਗੱਲਾਂ ਵਿੱਚ ਸੀ, ਗੱਲਾਂ ਕਰ ਰਿਹਾ ਸੀ, ਸਲਾਹਾਂ ਦੇ ਵਿੱਚ ਸੀ। ਅੰਮ੍ਰਿਤਸਰੋਂ ਰਾਤ ਦੀ ਗੱਡੀ ਚੜ੍ਹ ਕੇ ਉਹ ਸਵੇਰ ਵੇਲੇ ਆਪਣੇ ਪਿੰਡ ਅੱਪੜ ਸਕਦਾ ਸੀ। ਭਾਵੇਂ ਆਪੋ ਆਪਣੀ ਥਾਈਂ ਸਾਰਿਆਂ ਨੇ ਉਸ ਲਈ ਕਾਫੀ ਉਚੇਚ ਕੀਤਾ ਸੀ, ਪਰ ਉਸ ਨੂੰ ਇਸ ਫੇਰ ਦਾ ਉਮੀਦ ਤੋਂ ਬਹੁਤ ਘੱਟ ਸਵਾਦ ਆਇਆ ਸੀ। ਉਹ ਖੁਸ਼ ਨਹੀਂ ਸੀ। ਆਪਣੀ ਆਓ ਭਗਤ ਤੋਂ ਤਾਂ ਬਿਲਕੁਲ ਖੁਸ਼ ਸੀ, ਪਰ ਇਸ ਗੱਲ ਤੋਂ ਬਹੁਤ ਦੁਖੀ ਸੀ ਕਿ ਉਹਦੇ ਨਾਲ ਕੋਈ ਖੁੱਲ੍ਹ ਕੇ ਗੱਲ ਨਹੀਂ ਸੀ ਕਰ ਰਿਹਾ।
ਹਾਲਾਂਕਿ ਉਹਨਾਂ ਨੂੰ ਤਾਂ ਚਾਹ ਚੜ ਜਾਣਾ ਚਾਹੀਦਾ ਸੀ ਕਿ ਕਰਮ ਸਿੰਘ ਦਾ ਦੋਸਤ ਹੈ ਤੇ ਆਓ ਉਹਦੇ ਨਾਲ ਖੁੱਲ੍ਹ ਕੇ ਗੱਲਾਂ ਕਰੀਏ। ਇਸ ਵੇਲੇ ਵੀ ਅੰਦਰ ਉਸ ਲਈ ਚਾਹ ਤਿਆਰ ਹੋ ਰਹੀ ਸੀ ਤੇ ਡਿਊਟੀ ਦੇ ਵਿੱਚ ਉਹ ਇਕੱਲਾ ਬੈਠਾ ਸੀ। ਇਹ ਸਾਰਾ ਕੁਝ ਸੋਚ ਰਿਹਾ ਸੀ, ਬਾਪੂ ਬਾਰੇ, ਜਸਵੰਤ ਬਾਰੇ, ਬੇਬੇ ਬਾਰੇ ਤੇ ਕਰਮ ਸਿੰਘ ਬਾਰੇ। ਸੋਚਦਾ ਕਿ ਕਰਮ ਸਿੰਘ ਇਸ ਟੱਬਰ ਦਾ ਹੀ ਪੁੱਤਰ ਹੈ। ਯਾਰ ਉਹ ਤਾਂ ਬੜਾ ਖੁਸ਼ ਦਿਲ ਹੈ, ਬੜਾ ਦਲੇਰ ਬੰਦਾ, ਇਹ ਤਾਂ ਕੁਸਕਦੇ ਹੀ ਨਹੀਂ। ਬੇਬੇ ਵਿਚਾਰੀ ਦੇ ਤਾਂ ਮੈਂ ਅਜੇ ਲਫ਼ਜ਼ ਹੀ ਨਹੀਂ ਸੁਣੇ, ਉਹਦੇ ਤਾਂ ਮੂੰਹ ਚੋਂ ਗੱਲ ਹੀ ਨਹੀਂ ਨਿਕਲਦੀ। ਬਾਪੂ ਵੀ ਰੁੱਖਾ ਰੁੱਖਾ ਯਾਰ। ਮਾਨਸਿਆ ਜਸਵੰਤ ਸਿੰਘ ਤਾਂ ਬੜਾ ਗੱਭਰੂ ਜਵਾਨ ਹੈ, ਗੱਭਰੂ ਜਵਾਨ ਕਿੱਥੇ ਚੁੱਪ ਰਹਿੰਦੇ ਆ, ਇਹ ਵੀ ਨਹੀਂ ਬੋਲਦਾ। ਅੰਦਰ ਚਾਹ ਬਣ ਰਹੀ ਸੀ ਤੇ ਉਹ ਬਾਹਰ ਮੰਜੀ ਤੇ ਬੈਠਾ ਸੋਚ ਰਿਹਾ ਸੀ, ਚੁੱਪਚਾਪ ਬੈਠਾ। ਇੰਨੇ ਨੂੰ ਇੱਕ ਡਾਕੀਆ ਆਇਆ। ਸਾਹਮਣੇ ਗਲੀ ਦੇ ਵਿੱਚ ਝੋਲਾ ਗਲ ਲਮਕਾਈ ਡਾਕੀਆ ਤੁਰਿਆ ਆਉਂਦਾ ਸੀ ਅੰਦਰ ਨੂੰ। ਪਹਿਲੋਂ ਤਾਂ ਇਸ ਤਰ੍ਹਾਂ ਲੱਗੇ ਕਿ ਜਿਵੇਂ ਟੁਰਦਾ ਟੁਰਦਾ ਅੰਦਰ ਹੀ ਲੰਘ ਜਾਵੇਗਾ, ਪਰ ਉਹ ਡਿਊਟੀ ਦੇ ਵਿੱਚ ਮਾਨ ਸਿੰਘ ਨੂੰ ਬੈਠਿਆ ਦੇਖ ਕੇ ਮੰਜੀ ਦੇ ਕੋਲ ਉਹਦੇ ਕੋਲ ਹੀ ਆ ਕੇ ਬਹਿ ਗਿਆ। ਮਾਨ ਸਿੰਘ ਨੇ ਉੱਬੜ ਬਾਈ ਨੂੰ ਪੁੱਛ ਲਿਆ, ਬਾਬੂ ਜੀ ਕੀ ਲੈ ਕੇ ਆਏ ਹੋ? ਇਸ ਤੋਂ ਬਾਅਦ ਜੋ ਉਹਨੇ ਜਵਾਬ ਦਿੱਤਾ, ਮਾਨ ਸਿੰਘ ਹੱਕਾ ਬੱਕਾ ਰਹਿ ਗਿਆ। ਮਾਨ ਸਿੰਘ ਡਿਊਟੀ ਦੇ ਵਿੱਚ ਬੈਠਾ ਨਾਲ ਦੀ ਨਾਲ ਇਹ ਸੋਚ ਰਿਹਾ ਸੀ ਕਿ ਛੁੱਟੀਆਂ ਦੇ ਉਹ ਆਖਰੀ ਦਿਨ ਸਨ ਤੇ ਆਖਰੀ ਦਿਨਾਂ ਦੇ ਵਿੱਚ ਉਹ ਆਪਣੇ ਦੋਸਤ ਕਰਮ ਸਿੰਘ ਦੇ ਘਰ ਵਿੱਚ ਬੈਠਾ ਹੋਇਆ ਜਾਣ ਦੀ ਤਿਆਰੀ ਵੀ ਕੱਸ ਰਿਹਾ। ਮਨ ਵੀ ਬਹੁਤਾ ਖੁਸ਼ ਨਹੀਂ ਸੀ ਤੇ ਉਧਰੋਂ ਡਾਕੀਆ ਆ ਜਾਂਦਾ। ਡਾਕੀ ਨੂੰ ਜਦੋਂ ਪੁੱਛਦਾ ਤਾਂ ਕੀ ਲੈ ਕੇ ਆਏ ਹੋ, ਤਾਂ ਡਾਕੀ ਅੱਗੋਂ ਜਵਾਬ ਦਿੰਦਾ, ਲਿਆਉਣਾ ਕੀ ਹੈ ਜੀ, ਲਿਆਉਣਾ ਕੀ ਹੈ ਜੀ, ਆ ਪੈਨਸ਼ਨ ਆਈ ਹੈ ਵਿਚਾਰੇ ਕਰਮ ਸਿੰਘ ਦੀ। ਮਾਨ ਸਿੰਘ ਹੈਰਾਨ ਹੁੰਦਾ, ਫੌਜੀ ਕਰਮ ਸਿੰਘ ਦੀ ਪੈਨਸ਼ਨ? ਫੌਜੀ ਕਰਮ ਸਿੰਘ ਮਾਰਿਆ ਗਿਆ? ਉਹ ਡਾਕੀਏ ਦੇ ਨਾਲ ਜਿਵੇਂ ਗੁੱਸੇ 'ਚ ਬੋਲਿਆ ਹੋਵੇ, ਉਹ ਮੈਂ ਥੋੜੇ ਦਿਨਾਂ ਪਹਿਲਾਂ ਤਾਂ ਉੱਥੋਂ ਆਇਆ, ਤੁਸੀਂ ਪੈਨਸ਼ਨ ਦੀ ਗੱਲ ਕਰਦੇ ਹੋ, ਕੀ ਹੋਇਆ ਉਹਨੂੰ? ਡਾਕੀਆ ਬੋਲਦਾ, ਬਾਦਸ਼ਾਹ ਸਾਰਾ ਇਲਾਕਾ ਤਰਾਸ ਪਿਆ ਕਰਦਾ ਏ ਤੇ ਤੁਸੀਂ ਉਹਦੇ ਘਰ ਬੈਠੇ ਪੁੱਛਦੇ ਹੋ ਕਿ ਕਰਮ ਸਿੰਘ ਮਾਰਿਆ ਗਿਆ ਏ? ਉਹਦੀ ਮੌਤ ਦੀ ਚਿੱਠੀ ਆਇਆ ਤਾਂ ਅੱਜ 15 ਦਿਨ ਹੋ ਗਏ ਨੇ। ਮਾਨ ਸਿੰਘ ਛੁੱਟੀ ਬਾਰੇ ਸੋਚਣ ਲੱਗਾ। ਫਿਰ ਉਹਦੇ ਸਾਹਮਣੇ ਸਾਰੇ ਪਰਿਵਾਰ ਦੇ ਚਿਹਰੇ ਘੁੰਮਣ ਲੱਗੇ। ਦੋ ਕੁ ਵਾਰ ਮਾਨ ਸਿੰਘ ਦਾ ਸਾਹ ਕਾਲਾ ਜਿਹਾ ਹੋਇਆ। ਸਿਰ ਤੇ ਨੱਕ ਤੋਂ ਉਤਲੇ ਹਿੱਸੇ ਦੀ ਇੱਕ ਮੁੱਠ ਜਿਹੀ ਮੀਟੀ ਗਈ ਤੇ ਫਿਰ ਅੱਖਾਂ ਰਾਹੀਂ ਪਾਣੀ ਨਿਚੜਨ ਨਾਲ ਢਿੱਲੀ ਹੋਣ ਲੱਗੀ। ਕਰਮ ਸਿੰਘ ਦਾ ਘਰ ਅੰਦਰ ਗਿਆ ਹੋਇਆ ਉਹਦਾ ਪਿਤਾ, ਉਹਦਾ ਨਿੱਕਾ ਜਿਹਾ ਮੁੰਡਾ ਉਸ ਨੂੰ ਰੋਣ ਦੇ ਵਿੱਚ ਮਦਦ ਦੇ ਰਹੇ ਸਨ, ਦੂਰੋਂ ਦੇਖ ਦੇਖ ਕੇ। ਬਾਪੂ ਨੇ ਬਾਹਰੋਂ ਹੀ ਡਾਕੀਆ ਬੈਠਾ ਵੇਖ ਕੇ ਸਮਝ ਲਿਆ ਕਿ ਗੱਲ ਨਿਕਲ ਗਈ ਹੈ। ਹੁਣ ਭਾਰ ਚੁੱਕੀ ਫਿਰਨ ਦੀ ਕੋਈ ਲੋੜ ਨਹੀਂ ਸੀ। ਅੱਠਾਂ ਪੈਰਾਂ ਦਾ ਦਬਾਅ ਢਿੱਲਾ ਹੋਇਆ ਤੇ ਬਾਪੂ ਦੇ ਅਥਰੂ ਵਗ ਤੁਰੇ। ਉਹ ਦੋਵੇਂ ਜਿਵੇਂ ਢੇਰ ਹੋ ਗਏ ਹੁਣ, ਕੋਲ ਬੈਠੇ ਗੱਲ ਕੋਈ ਨਾ ਕਰ ਰਹੇ, ਬਸ ਰੋ ਰੋ ਕੇ ਅਥਰੂ ਵਗਾ ਕੇ ਆਪਣੇ ਆਪ ਨੂੰ ਹੌਲਾ ਕਰ ਰਹੇ ਸਨ। ਫਿਰ ਮਾਨ ਸਿੰਘ ਬੋਲਿਆ, ਤੁਸੀਂ ਮੈਨੂੰ ਆਉਂਦੇ ਨੂੰ ਕਿਉਂ ਨਾ ਦੱਸਿਆ ਬਾਪੂ ਜੀ? ਬਾਪੂ ਬੋਲਿਆ, ਐਵੇਂ ਅਸਾਂ ਆਖਿਆ ਕਿ ਮੁੰਡਾ ਛੁੱਟੀ ਆਇਆ ਹੈ, ਇਹਦੀ ਛੁੱਟੀ ਕਿਉਂ ਖਰਾਬ ਕਰੀਏ? ਆਪੇ ਛੁੱਟੀ ਕੱਟ ਕੇ ਪਲਟਣ ਵਿੱਚ ਜਾਏਗਾ, ਉੱਥੇ ਖਬਰ ਮਿਲ ਜਾਏਗੀ, ਸੁਣ ਲੈਗਾ ਆਪੇ। ਫੌਜੀ ਨੂੰ ਛੁੱਟੀ ਬੜੀ ਪਿਆਰੀ ਹੁੰਦੀ ਹੈ ਨਾ, ਜਿੰਨੀ ਕਰਮ ਸਿੰਘ ਨੂੰ ਪਿਆਰੀ ਸੀ ਉਨੀ ਤੈਨੂੰ ਵੀ ਤਾਂ ਪਿਆਰੀ ਹੋ, ਸੰਗੋ ਬਹੁਤੀ ਜ਼ਿਆਦਾ ਪਿਆਰੀ ਹੋ। ਬਾਹਰ ਦੇ ਪਿੰਡਾਂ ਦੇ ਲੋਕ ਤਾਂ ਸੌਣ ਦੇ ਜੰਮਪਲ ਨੇ, ਉਹਨਾਂ ਨੂੰ ਤੇ ਥੋੜਾ ਔਖ ਵੀ ਬਹੁਤ ਜ਼ਿਆਦਾ ਦਿਸਦਾ ਹੋਊ। ਸੋਚਿਆ ਮੁੰਡਾ ਆਪਣੇ ਪਿੰਡੋਂ ਸੁਖੀ ਸਾਂਦੀ ਫੌਜ ਦੇ ਵਿੱਚ ਵਾਪਸ ਪਰਤਿਆ, ਜੇ ਉਹਨੂੰ ਨਹੀਂ ਪਤਾ ਤਾਂ ਕਿਉਂ ਉਹਨੂੰ ਇਹ ਖਬਰ ਦਈਏ। ਪਰ ਡਾਢਿਆ ਰੱਬਾ, ਅਸੀਂ ਆ ਗੱਲ ਲੁਕਾਉਣ ਦੇ ਵਿੱਚ ਰਤਾ ਕਾਮਯਾਬ ਨਾ ਹੋਏ। ਪੁੱਤਰਾ, ਐਵੇਂ ਤੇਰੀ ਬੇਸਵਾਦੀ ਜੇ ਕਰ ਦਿੱਤੀ। ਇੰਨੀ ਗੱਲ ਕਹਿ ਕੇ ਬਾਪੂ ਭੁੱਬੀ ਰੋ ਪਿਆ।
ਮੁੜਦੇ ਹੋਏ ਮਾਨ ਸਿੰਘ ਨੇ ਮਾਝੇ ਦੇ ਪਿੰਡ ਵੇਖੇ ਜਿਨ੍ਹਾਂ ਦਾ ਬਾਬਾ ਜੰਪਲ ਸੀ। ਇਹਨਾਂ ਦੁਆਲੇ ਕਿਲੇ ਕੋਟ ਉਸਰੇ ਹੋਏ ਸਨ। ਥਾਂ ਥਾਂ ਤੇ ਮੜੀਆਂ ਤੇ ਸਮਾਧਾਂ ਸਨ ਜਿਹੜੀਆਂ ਭਾਰਤ ਉੱਤੇ ਧਾਵਾ ਕਰਨ ਵਾਲਿਆਂ ਨਾਲ ਲੜਨ ਮਰਨ ਦੀਆਂ ਕਹਾਣੀਆਂ ਦੱਸਦੀਆਂ ਸਨ। ਉਹ ਕੰਧਾਂ, ਉਹ ਕਿਲੇ, ਉਹ ਸਮਾਧਾਂ। ਇਸ ਕਰਕੇ ਬਾਬੇ ਦੀ ਸਹਿਣ ਸ਼ਕਤੀ ਇੰਨੀ ਵਧੀ ਹੋਈ ਸੀ, ਉਹ ਦੂਜਿਆਂ ਨੂੰ ਹੌਲਾ ਰੱਖਣ ਲਈ ਆਪ ਹੋਰ ਭਾਰ ਚੁੱਕਣਾ ਚਾਹੁੰਦਾ ਸੀ, ਜਿੰਨਾ ਮਰਜ਼ੀ ਭਾਰ। ਬੇਸ਼ੱਕ ਆਪ ਬਹੁਤ ਦੁਖੀ ਸੀ। ਮਾਨ ਸਿੰਘ ਨੇ ਸੁਣਿਆ ਹੋਇਆ ਸੀ ਕਿ ਇੱਕ ਧੌਲ ਹੈ, ਇੱਕ ਬੌਲਦ ਹੈ ਜੋ ਆਪਣੇ ਸਿਰਾਂ ਤੇ ਸਾਰੀ ਧਰਤੀ ਦਾ ਭਾਰ ਚੁੱਕ ਕੇ ਖੜਾ ਰਹਿੰਦਾ ਹੈ। ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕਰਮ ਸਿੰਘ ਦਾ ਪਿਤਾ ਹੀ ਉਹ ਧੌਲ ਸੀ, ਉਹ ਬੌਲਦ ਸੀ ਜਿਹੜਾ ਭਾਰ ਥੱਲੇ ਦੱਬਿਆ ਹੋਣ ਪਿੱਛੋਂ ਵੀ ਲੋਕਾਂ ਦਾ ਭਾਰ ਚੁੱਕਣਾ ਚਾਹੁੰਦਾ ਸੀ। ਉਹ ਨਹੀਂ ਸੀ ਚਾਹੁੰਦਾ ਕਿ ਉਹਦੇ ਨਾਲ ਕੋਈ ਹੋਰ ਵੀ ਦੁਖੀ ਹੋਵੇ। ਉਹ ਇਸ ਗੱਲ ਦਾ ਵੀ ਭਾਰ ਚੁੱਕ ਰਿਹਾ ਸੀ, ਹਾਲਾਂਕਿ ਉਸ ਦਾ ਪੁੱਤ ਕਰਮ ਸਿੰਘ ਇਸ ਦੁਨੀਆ ਤੇ ਨਹੀਂ ਸੀ। ਜਦੋਂ ਇਹ ਕਹਾਣੀ ਪੜ੍ਹੀ, ਕੁਲਵੰਤ ਸਿੰਘ ਬਿਰਕ ਦੀ ਲਿਖੀ ਹੋਈ ਕਹਾਣੀ ਧਰਤੀ ਹੇਠਲਾ ਬੌਲਦ, ਤਾਂ ਫਿਰ ਉਹ ਬਚਪਨ ਦੇ ਵਿੱਚ ਸੁਣਾਈ ਗਈ ਉਹ ਬਾਤ ਕਿ ਧਰਤੀ ਹੇਠਾਂ ਇੱਕ ਬਲਦ ਹੁੰਦਾ, ਤਾਂ ਅੱਜ ਪਤਾ ਲੱਗਾ ਕਿ ਵਾਕਈ ਧਰਤੀ ਹੇਠਾਂ ਬਲਦ ਹੁੰਦੇ ਨੇ।